Hello everyone, welcome you all in your own channel Learn Everything. So ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਨਿਊ ਚੈਪਟਰ ਦੈਟ ਇਜ਼ ਪ੍ਰੈਜ਼ੀਡੈਂਟ ਫਰੋਮ ਦਾ ਪੋਲਿਟੀ। ਬਹੁਤ ਇੰਪੋਰਟੈਂਟ ਚੈਪਟਰ ਹੈਗਾ, ਇਹਦੇ ਵਿੱਚੋਂ ਵੀ ਕਾਫੀ ਸਾਰੇ ਕੁਐਸਚਨ ਬਣਦੇ ਆ। ਠੀਕ ਹੈ, ਨਾਲ ਜਿਹੜਾ ਅਸੀਂ ਕਰ ਰਹੇ ਸੀ ਰਾਜ ਸਭਾ ਲੋਕ ਸਭਾ ਉਹ ਵੀ ਚੱਲੀ ਜਾਏਗਾ। ਨਾਲੇ ਵਾਲਾ ਚੈਪਟਰ ਅਸੀਂ ਨਾਲ ਪ੍ਰੈਜ਼ੀਡੈਂਟ ਵੀ ਕਵਰ ਕਰਾਂਗੇ। ਇਟ ਇਜ਼ ਨਾਟ ਫਰੋਮ ਲక్ష్ਮੀਕਾਂਤ, ਇਟ ਇਜ਼ ਫਰੋਮ ਅਨਦਰ ਬੁੱਕ ਦੈਟ ਇਜ਼ ਆਫ ਦਾ ਅਰਿਹੰਤ ਪਬਲਿਸ਼ਰ। ਬਹੁਤ ਅੱਛੀ ਬੁੱਕ ਹੈ, ਉਹਦੇ ਵਿੱਚੋਂ ਵੀ ਬਹੁਤ ਅੱਛਾ ਮਟੀਰੀਅਲ ਹੈ ਐਂਡ ਬਹੁਤ ਕੰਸਾਈਜ਼ ਵੇ ਦੇ ਵਿੱਚ ਦੱਸਿਆ ਹੋਇਆ ਹਰ ਤਰ੍ਹਾਂ ਦੇ ਲਾਈਕ ਐਗਜ਼ਾਮ, ਕੋਈ NDA ਆਰਮੀ ਦਾ ਪੇਪਰ, SSC ਲਾਈਕ UPSC PPSC ਹਰ ਇੱਕ ਲਈ ਇਹ ਟੌਪਿਕ ਬਹੁਤ ਇੰਪੋਰਟੈਂਟ ਹੈਗਾ। ਠੀਕ ਹੈ, ਸੋ ਇਹਨੂੰ ਕਵਰ ਕਰਦੇ ਹਾਂ, ਬਹੁਤ ਈਜ਼ੀ ਵੇ ਨਾਲ ਕਰਾਂਗੇ। 2 ਵੀਡੀਓ ਦੇ ਵਿੱਚ ਖਤਮ ਕਰਾਂਗੇ। ਅੱਜ ਦੀ ਵੀਡੀਓ ਦੇ ਵਿੱਚ ਪਹਿਲਾਂ ਦੇਖਦੇ ਹਾਂ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪ੍ਰੈਜ਼ੀਡੈਂਟ। ਪ੍ਰੈਜ਼ੀਡੈਂਟ ਜੋ ਹੈ ਨਾ, ਇਹ ਆਰਟੀਕਲ 52 ਦੇ ਵਿੱਚ ਪ੍ਰੋਵਾਈਡ ਕੀਤਾ ਗਿਆ, ਦੱਸਿਆ ਗਿਆ ਕਿ ਦੇਅਰ ਇੱਕ ਆਫਿਸ ਹੁੰਦਾ ਹੈ ਆਫ ਦਾ ਪ੍ਰੈਜ਼ੀਡੈਂਟ ਆਫ ਇੰਡੀਆ। ਠੀਕ ਹੈ, ਆਰਟੀਕਲ 52 ਦੇ ਵਿੱਚ ਪ੍ਰੋਵਾਈਡਡ ਹੈਗਾ ਫॉर ਦਾ ਆਫਿਸ ਆਫ ਪ੍ਰੈਜ਼ੀਡੈਂਟ ਆਫ ਇੰਡੀਆ। ਜੋ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਹਾਈਲੀ ਐਗਜ਼ੀਕਿਊਟਿਵ ਅਥਾਰਟੀ ਆ। ਇਹ ਕਈ ਵਾਰ ਪੁੱਛਿਆ ਜਾਂਦਾ ਹਾਈਐਸਟ ਐਗਜ਼ੀਕਿਊਟਿਵ ਅਥਾਰਟੀ। ਦੇਖੋ ਐਗਜ਼ੀਕਿਊਟਿਵ ਲੈਜਿਸਲੇਟਿਵ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਨਾ, ਲੈਜਿਸਲੇਟਿਵ ਜਿਹੜੇ ਲਾਅ ਬਣਾਉਂਦੇ, ਐਗਜ਼ੀਕਿਊਟਿਵ ਜਿਹੜੇ ਅੱਗੇ ਐਗਜ਼ੀਕਿਊਟ ਕਰਦੇ ਆ। ਸੋ ਜਿਹੜਾ ਐਗਜ਼ੀਕਿਊਟਿਵ ਜਿੰਨੀਆਂ ਵੀ ਵੈਸੇ ਐਗਜ਼ੀਕਿਊਟਿਵ ਐਕਸ਼ਨ ਹੁੰਦੇ ਉਹ ਸਾਰੇ ਇਹਦੇ ਨਾਮ ਤੇ ਹੀ ਲਏ ਜਾਂਦੇ ਆ, ਪ੍ਰੈਜ਼ੀਡੈਂਟ ਦੇ ਨਾਮ ਤੇ, ਤਾਂ ਹੀ ਇਹਨੂੰ ਅਸੀਂ ਹਾਈਐਸਟ ਐਗਜ਼ੀਕਿਊਟਿਵ ਅਥਾਰਟੀ ਕਹਿੰਦੇ। ਮੇਰੀ ਕੁਐਸਚਨ ਆ ਜਾਂਦਾ ਸਭ ਤੋਂ ਹਾਈਐਸਟ ਐਗਜ਼ੀਕਿਊਟਿਵ ਅਥਾਰਟੀ ਹੈ ਕੌਣ ਆ? ਪ੍ਰੈਜ਼ੀਡੈਂਟ ਆਫ ਇੰਡੀਆ। ਤੇ ਜਿੰਨੇ ਵੀ ਐਗਜ਼ੀਕਿਊਟਿਵ ਐਕਸ਼ਨ ਹੁੰਦੇ ਉਹ ਇਹਦੇ ਨਾਮ ਤੇ ਹੀ ਲਏ ਜਾਂਦੇ ਆ। ਠੀਕ ਹੈ, ਕਿਉਂਕਿ ਸਾਰੀਆਂ ਜਿੰਨੀਆਂ ਵੀ ਕੌਨਸਟੀਟਿਊਸ਼ਨ ਆਲ ਐਗਜ਼ੀਕਿਊਟਿਵ ਪਾਵਰ ਆਫ ਯੂਨੀਅਨ, ਉਹਦੇ ਵਿੱਚ ਕੌਨਸਟੀਟਿਊਸ਼ਨ ਵੈਸਟ ਇਨ ਹਿਮ ਆਲ ਦਾ ਐਗਜ਼ੀਕਿਊਟਿਵ ਪਾਵਰ ਇਹਦੇ ਕੋਲ ਹੈਗੀਆਂ ਤੇ ਸਾਰੀਆਂ ਇਹਦੇ ਨਾਮ ਤੇ ਹੀ ਲਈਆਂ ਜਾਂਦੀਆਂ। ਸੋ ਕਿਤੇ ਨਾ ਕਿਤੇ ਦੇਖੋ ਐਗਜ਼ੀਕਿਊਟਿਵ ਨਾਲ ਇਹਦਾ ਸਭ ਤੋਂ ਜ਼ਿਆਦਾ ਵੱਡਾ ਲਿੰਕ ਹੈਗਾ। ਹੀ ਇਜ਼ ਦਾ ਹੈਡ ਆਫ ਸਟੇਟ। ਇਹ ਕੁਐਸਚਨ ਕਈ ਵਾਰੀ ਆ ਜਾਂਦਾ, ਹੂ ਇਜ਼ ਦਾ ਹੈਡ ਆਫ ਸਟੇਟ? ਹੀ ਇਜ਼ ਦਾ ਹੈਡ ਆਫ ਸਟੇਟ ਐਂਡ ਰੀਪ੍ਰਜੈਂਟ ਦਾ ਰਿਪਬਲਿਕ ਆਫ ਇੰਡੀਆ ਐਂਡ ਇਜ਼ ਦਾ ਫਸਟ ਸਿਟੀਜ਼ਨ ਆਫ ਇੰਡੀਆ। ਵੀ ਕੁਐਸਚਨ ਕਈ ਵਾਰੀ ਪੁੱਛਿਆ ਜਾਂਦਾ, ਫਸਟ ਸਿਟੀਜ਼ਨ ਕੌਣ ਆ? ਜਿਹੜਾ ਭਾਰਤ ਦਾ ਪਹਿਲਾ ਨਾਗਰਿਕ ਕੌਣ ਆ? ਉਹ ਕੌਣ ਹੈਗਾ? ਪ੍ਰੈਜ਼ੀਡੈਂਟ। ਇਹਨੂੰ ਹੈਡ ਆਫ ਸਟੇਟ ਵੀ ਕਿਹਾ ਜਾਂਦਾ। ਠੀਕ ਹੈ ਜੀ, ਸੋ ਇਹ 'ਚੋਂ ਕਿਹੜੀ ਇੱਕ ਗੱਲ ਯਾਦ ਰੱਖਣੀ, ਆਰਟੀਕਲ 52 ਨੇ ਦੇ ਬਾਰੇ ਦੱਸਿਆ। ਹਾਈਐਸਟ ਐਗਜ਼ੀਕਿਊਟਿਵ ਅਥਾਰਟੀ ਇਹ ਹੈ, ਜਿੰਨੇ ਵੀ ਐਗਜ਼ੀਕਿਊਟਿਵ ਦੇ ਐਕਸ਼ਨ ਉਹ ਇਹਦੇ ਨਾਮ ਤੇ ਲਏ ਜਾਂਦੇ ਆ। ਇਹਨੂੰ ਫਸਟ ਸਿਟੀਜ਼ਨ ਆਫ ਇੰਡੀਆ ਕਿਹਾ ਜਾਂਦਾ ਤੇ ਹੈਡ ਆਫ ਸਟੇਟ ਕਿਹਾ ਜਾਂਦਾ। ਇਹ ਤੁਸੀਂ ਪੁਆਇੰਟ ਵਿੱਚੋਂ ਨੋਟ ਕਰਨੇ ਆ। ਇਲੈਕਸ਼ਨ ਦੀ ਗੱਲ ਕਰਦੇ, ਹੁਣ ਇਹਦੇ ਇਲੈਕਸ਼ਨ ਕਿੱਦਾਂ ਹੁੰਦੇ ਆ? ਦੇਖੋ ਅਸੀਂ ਤਾਂ ਵੋਟ ਕਰਨ ਨਹੀਂ ਜਾਂਦੇ, ਡਾਇਰੈਕਟਲੀ ਨਹੀਂ ਹੁੰਦੇ ਪਹਿਲੀ ਗੱਲ। ਠੀਕ ਹੈ, ਪ੍ਰੈਜ਼ੀਡੈਂਟ ਆਫ ਇੰਡੀਆ ਇਜ਼ ਨਾਟ ਡਾਇਰੈਕਟਲੀ ਇਲੈਕਟਡ ਬਾਈ ਦਾ ਪੀਪਲ। ਲੋਕ ਨਹੀਂ ਜਾ ਕੇ ਵੋਟ ਕਰੇ ਡਾਇਰੈਕਟਲੀ ਨਹੀਂ ਵੋਟ ਕਰੇ ਹੁੰਦੀ ਲੋਕਾਂ ਵੱਲੋਂ, ਬਟ ਡਾਇਰੈਕਟਲੀ ਨਹੀਂ ਹੁੰਦੀ। ਤੁਹਾਨੂੰ ਦੱਸਾਂਗੀ ਕਿੱਦਾਂ ਹੁੰਦੀ ਆ। ਬਟ ਬਾਈ ਦਾ ਮੈਂਬਰ ਆਫ ਇਲੈਕਟਰਲ ਕਾਲਜ ਕੌਂਸਟੀਟਿਊਟ। ਦੇਖੋ ਇਲੈਕਟਰਲ ਕਾਲਜ ਹੁੰਦਾ, ਤੇ ਕਾਲਜ ਕੀ ਹੁੰਦਾ? ਕਾਲਜ ਦੇ ਵਿੱਚ ਆਹ ਵਾਲਾ ਕੋਰਸ ਹੈਗਾ, ਆਹ ਵਾਲਾ ਕੋਰਸ, ਆਹ ਵਾਲਾ ਕੋਰਸ। ਇਲੈਕਟਰਲ ਕਾਲਜ ਸਾਨੂੰ ਦੱਸਦਾ ਕਿ ਇਹਦੇ ਵਿੱਚ ਕਿਹੜੇ ਕਿਹੜੇ ਮੈਂਬਰ ਹੋਣਗੇ, ਉਹਨੂੰ ਆਪਾਂ ਇੱਕ ਕਾਲਜ ਬੋਲ ਦਿੱਤਾ। ਸੋ ਇਲੈਕਟਰਲ ਕਾਲਜ ਦੇ ਵਿੱਚ ਕੌਣ ਕੌਣ ਆਉਂਦੇ? ਇਲੈਕਟਰਲ ਕਾਲਜ ਮਤਲਬ ਜਿਹੜਾ ਇਹਨੂੰ ਵੋਟ ਕਰੇਗਾ। ਕੌਣ ਕੌਣ ਆਉਂਦੇ ਆ? ਪਹਿਲਾ ਹੈਗਾ ਦ ਇਲੈਕਟਡ ਮੈਂਬਰ ਆਫ ਬੋਥ ਹਾਊਸ ਆਫ ਪਾਰਲੀਮੈਂਟ। ਦੇਖੋ ਪਾਰਲੀਮੈਂਟ ਦੇ ਦੋਨੇ ਹਾਊਸ ਕਿਹੜੇ ਕਿਹੜੇ ਹੁੰਦੇ? ਰਾਜ ਸਭਾ ਤੇ ਲੋਕ ਸਭਾ। ਰਾਜ ਸਭਾ ਤੇ ਲੋਕ ਸਭਾ ਦੇ ਜਿੰਨੇ ਵੀ ਇਲੈਕਟਡ, ਗੱਲ ਕਹੀ ਉਹਨੇ ਇਲੈਕਟਡ, ਨੋਮੀਨੇਟਡ ਦੀ ਨਹੀਂ ਗੱਲ ਕੀਤੀ। ਪਤਾ ਨਾ ਮੈਂ ਕਰਵਾਇਆ, ਨੋਮੀਨੇਟਡ ਵੀ ਹੁੰਦੇ ਰਾਜ ਸਭਾ 'ਚ ਲੋਕ ਸਭਾ 'ਚ ਵੀ, ਬਟ ਇੱਥੇ ਗੱਲ ਕੀਤੀ ਉਹਨੇ ਸਿਰਫ ਇਲੈਕਟਡ ਮੈਂਬਰ ਜਿਹੜੇ ਇਲੈਕਟ ਕੀਤੇ ਹੋਏ ਨਾ, ਉਹੀ ਵਾਲੇ ਮੈਂਬਰ ਇਹਨੂੰ ਵੋਟ ਕਰਨਗੇ। ਪਹਿਲੀ ਗੱਲ ਉਹ ਕਰਨਗੇ। ਹੋਰ ਕੌਣ ਕਰੇਗਾ? ਦ ਇਲੈਕਟਡ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਆਫ ਸਟੇਟ। ਜਿਹੜੀ ਸਟੇਟ ਦੇ ਵਿੱਚ ਲੈਜਿਸਲੇਟਿਵ ਅਸੈਂਬਲੀ ਹੁੰਦੀ, ਵਿਧਾਨ ਸਭਾ ਜਿਹਨੂੰ ਆਪਾਂ ਕਹਿੰਦੇ, ਉਹਦੇ ਵੀ ਜਿੰਨੇ ਇਲੈਕਟਡ ਮੈਂਬਰ ਆ, MLA ਉਹ ਵੀ ਕਰਨਗੇ ਸਾਰੇ ਵੋਟ। MP ਵੀ ਦੇਖੋ ਕਰ ਰਹੇ, ਮੈਂਬਰ ਆਫ ਪਾਰਲੀਮੈਂਟ ਵੀ, ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ MLA, ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ MP, ਮੈਂਬਰ ਆਫ ਪਾਰਲੀਮੈਂਟ, ਉਹ ਵੀ ਵੋਟ ਕਰਨਗੇ ਬਟ ਇਲੈਕਟਡ। ਇਹਦੇ ਵੀ ਕਰਨਗੇ ਬਟ ਕਿਹੜੇ? ਸਿਰਫ ਇਲੈਕਟਡ। ਤੀਸਰਾ ਕੌਣ ਕਰਦਾ? ਇਲੈਕਟਡ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਆਫ ਦਿੱਲੀ ਐਂਡ ਪੌਂਡੂਚੇਰੀ। ਦੇਖੋ ਯੂਨੀਅਨ ਟੈਰੀਟਰੀ ਦੇ ਵਿੱਚੋਂ ਸਿਰਫ ਦੋ ਜਗ੍ਹਾ ਲੈਜਿਸਲੇਟਿਵ ਅਸੈਂਬਲੀ, ਜਿਹੜੀ ਦਿੱਲੀ ਦੀ ਤੇ ਪੌਂਡੂਚੇਰੀ, ਉਹਦੇ ਮੈਂਬਰ ਇਲੈਕਟਡ ਕਰਨਗੇ। ਹੁਣ ਯਾਦ ਰੱਖਣਾ ਕੌਣ ਕੌਣ ਕਰਦਾ। ਦੇਖੋ ਹੈ ਗੱਲ ਇਲੈਕਟਡ ਮੈਂਬਰ ਦੀ ਆ, ਬਾਰ ਇਲੈਕਟਡ ਮੈਂਬਰ ਕਿਹਦੇ ਕਿਹਦੇ? ਪਹਿਲਾ ਰਾਜ ਸਭਾ ਤੇ ਲੋਕ ਸਭਾ ਦੇ, ਯਾਨੀ ਜਿਹੜੇ ਦੋਨੇ ਹਾਊਸਿਸ ਉਹਦੇ। ਸੈਕਿੰਡ ਲੈਜਿਸਲੇਟਿਵ ਅਸੈਂਬਲੀ ਦੇ। ਥਰਡ ਜਿਹੜੀ UT ਦੇ ਵਿੱਚੋਂ ਕਿਹਦੀ ਲੈਜਿਸਲੇਟਿਵ ਅਸੈਂਬਲੀ ਦਿੱਲੀ ਤੇ ਪੌਂਡੂਚੇਰੀ। ਇਹ ਸ਼ੋਰਟ ਨੋਟਸ ਬਣਾ ਲੈਣਾ ਤੁਸੀਂ, ਇਹ ਵਾਲੇ ਨੂੰ ਵੋਟ ਕਰਦੇ। ਇੱਕ ਵਾਰ ਪੁੱਛਿਆ ਜਾਂਦਾ ਕੁਐਸਚਨ। ਉਸ ਤੋਂ ਬਾਅਦ ਕਹਿੰਦਾ ਨੋਮੀਨੇਟਡ ਮੈਂਬਰ ਡੂ ਨਾਟ ਟੇਕ ਪਾਰਟ ਇਨ ਦਾ ਇਲੈਕਸ਼ਨ ਆਫ ਪ੍ਰੈਜ਼ੀਡੈਂਟ। ਜਿਹੜੇ ਪ੍ਰੈਜ਼ੀਡੈਂਟ ਨੇ ਆਪ ਨੋਮੀਨੇਟ ਕੀਤੇ ਹੁੰਦੇ ਉਹ ਨਹੀਂ ਇਹਨੂੰ ਵੋਟ ਕਰਦੇ, ਕਿਉਂਕਿ ਉਹਨਾਂ ਨੇ ਤਾਂ ਫਿਰ ਉਹਨੂੰ ਕਰਨੀ। ਠੀਕ ਹੈ, ਸੋ ਉਹ ਨਹੀਂ ਹੈਗੇ, ਨੋਮੀਨੇਟਡ ਮੈਂਬਰ ਨਹੀਂ ਕਰਨਗੇ ਵੋਟ। ਦੂਸਰਾ, ਇਲੈਕਸ਼ਨ ਇਜ਼ ਹੈਲਡ ਥਰੂ ਦਾ ਸਿਸਟਮ ਆਫ ਪ੍ਰਪੋਰਸ਼ਨਲ ਰਿਪਰਜੈਂਟੇਸ਼ਨ ਬਾਈ ਮੀਨ ਆਫ ਸਿੰਗਲ ਟਰਾਂਸਫੇਬਲ ਵੋਟ। ਸੇ ਮੈਂ ਤੁਹਾਨੂੰ ਸਿੰਗਲ ਟਰਾਂਸਫੇਬਲ ਵੋਟ ਦਾ ਦੱਸਿਆ ਸੀ ਪਹਿਲਾਂ ਵੀ। ਠੀਕ ਹੈ, ਜਿੱਦਾਂ ਇੱਕ ਬੈਲਟ ਪੇਪਰ ਆ, ਉਹਦੇ ਵਿੱਚ ਪ੍ਰੈਫਰੈਂਸ ਦਿੱਤੀ ਜਾਂਦੀ ਕਿ ਪਹਿਲੇ ਨੰਬਰ ਮੈਂ ਪਹਿਲਾ ਨੰਬਰ ਇਹ ਵਾਲੇ ਬੰਦੇ ਦਿੰਦਾ। ਜੇ ਮੰਨ ਲਓ 3 ਬੰਦੇ ਖੜੇ ਹੈਗੇ ਨੇ, ਜਾਂ 3 ਜਾਂ 4 ਹੈਗੇ ਨੇ, 2 3 4, ਕਿ ਪਹਿਲੇ ਨੂੰ ਇਹਨੂੰ ਮੈਂ ਪਹਿਲਾ ਨੰਬਰ ਦੇ ਰਿਹਾ, ਇਹਨੂੰ ਮੈਂ ਫਸਟ ਪ੍ਰੈਫਰੈਂਸ ਦਿੱਤੀ, ਇਹਨੂੰ ਦੂਸਰੇ ਨੰਬਰ 'ਤੇ, ਇਹਨੂੰ ਤੀਸਰੇ 'ਤੇ, ਇਹਨੂੰ ਚੌਥੇ 'ਤੇ। ਸੋ ਇੱਦਾਂ ਹੀ ਕੀਤਾ ਜਾਂਦਾ ਆ। ਫਿਰ ਜਿਹੜਾ ਸਭ ਤੋਂ ਘੱਟ ਆਉਂਦਾ ਉਹਦੀਆਂ ਵੋਟਾਂ ਟਰਾਂਸਫਰ ਹੋ ਜਾਂਦੀਆਂ, ਵੰਡ ਦਿੱਤੀਆਂ ਜਾਂਦੀਆਂ। ਫਿਰ ਜਿਹੜਾ ਘੱਟ ਰਹਿ ਜਾਂਦੀਆਂ ਉਹਦੀਆਂ ਵੋਟਾਂ ਇਹਨਾਂ ਦੋਨਾਂ 'ਚ ਵੰਡੀਆਂ ਜਾਂਦੀਆਂ। ਫਿਰ ਦੋਨਾਂ 'ਚੋਂ ਜਿਹੜੀਆਂ ਮੈਕਸੀਮਮ ਵੋਟਾਂ ਹੁੰਦੀਆਂ ਉਹਨੂੰ ਆਪਾਂ ਪ੍ਰੈਜ਼ੀਡੈਂਟ ਬਣਾ ਦਿੰਦੇ। ਇਹਨੂੰ ਬੋਲਦੇ ਸਿੰਗਲ ਟਰਾਂਸਫੇਬਲ ਵੋਟ। ਠੀਕ ਹੈ, ਬਾਈ ਦੀ ਸੀਕਰੇਟ ਬੈਲਟ ਪੇਪਰ ਸੀਕਰੇਟ। ਠੀਕ ਹੈ,
एक गल जरूर है 50% तो अबव वोट्स चाहिए मिनीमम, ठीक है, मिनीमम 50% तो अबव वोट्स जड़ियाँ 50% मिनीमम वोट चाहिए किसी कैंडीडेट नूं प्रेजिडेंट बनने लई, इन्नियां वोट्स जरूरी है। स्टेट हैव द डिफरेंट रिप्रजेंटेशन इन द प्रेजिडेंशियल एक्शन डिपेंड अपॉन द पॉपूलेशन। हुण स्टेट तो किन्ने रिप्रजेंटेटिव है डिपेंड करता उत्थे दी पॉपूलेशन किन्नी है, किद्दां देखो वोट काउंट किद्दां हुंदियां। फॉर एग्जाम्पल पंजाब दी किद्दां वोट है ना हुंदी है, वोट वैल्यू ऑफ वोट, हुण एक MLA उन्हें वोट की प्रेजिडेंट नूं, ओहदी वोट च किन्नियां वोटां गिनियां जाणगियां, स्टेट दी पॉपूलेशन, जिहड़ी स्टेट तो MLA उत्थे दी पॉपूलेशन डिवाइड बाय टोटल नंबर ऑफ इलैक्टेड MLA, उस स्टेट दे विच टोटल किन्ने MLA हैगे ने मल्टीप्लाई बाय 1000, वो जिन्ना आंसर आ जाएगा ना वो 19 वोट गिनियां, 19 वोटां गिनियां जाणगियां एक MLA दियां। किद्दां स्टेट दी पॉपूलेशन फॉर्मूला कई बार पेपर च डायरैक्ट पूछा जाता कि वोट ऑफ वैल्यू ऑफ वोट ऑफ एन MLA, एक MLA दी वोट दी किन्नी वैल्यू आ, स्टेट दी पॉपूलेशन डिवाइड बाय उत्थे टोटल MLA किन्ने उस स्टेट दी, देखो स्टेट वाइज आए मल्टीप्लाई बाय 1000। तो MP की वोट किद्दां काउंट होंदी है, तो मैंबर ऑफ पार्लीमेंट वो करते हैं, पता ही है तुहानूं। MP भी तो वोट करते वो किद्दां होंदी, टोटल वैल्यू ऑफ MP, ठीक है, टोटल वैल्यू ऑफ सॉरी MLA ऑफ स्टेट डिवाइड बाय टोटल नंबर ऑफ इलैक्टेड MP, किन्ने MP हैगे ने ते किन्ने MLA हैगे ने। ये तो देखो ये तुहानूं फॉर्मूला ज़्यादा क्लीयर होएगा। टोटल वैल्यू ऑफ MLA ऑफ ऑल स्टेट, सारिया स्टेट्स के MLA डिवाइड बाय टोटल नंबर ऑफ इलैक्टेड MP लोक सभा ते राज्य सभा, वो होंगी वैल्यू ऑफ वोट ऑफ MP। दोनों का फॉर्मूला याद रखना तुसीं, ठीक है। उपर स्टेट नाल लिंक सी, इत्थे MLA ते MP नाल लिंक है। ये जिहड़ा फॉर्मूला है ना एक यूनीफॉर्मिटी बना के रखता बिटवीन द ऑल स्टेट एंड पार्लीमेंट अंदर, मतलब कि एक सारता सारिया चाहिए कि किसी पार्शलिटी नहीं है कि जिन्नी पॉपूलेशन वो अकॉर्डिंग वोट्स जा रही हैं। सिक्योरिटी उन्होंने 15,000 रुपये डिपॉजिट करवाना पैंदा पहला, जो तुम प्रेजिडेंट इलैक्शन लिए खड़े होना तो तुहानूं पहला जो 15,000 है जो डिपॉजिट करवाना पैना एज अ सिक्योरिटी। ओनली सुप्रीम कोर्ट इंक्वायर ऑल डिस्प्यूट रिगार्डिंग द प्रेजिडेंशियल इलैक्शन, जो कोई इलैक्शन के रिगार्डिंग कोई कल झगड़ा होंदा, कुछ भी होंदा, कोई भी कोई घपला हो जाता, कोई भी प्रॉब्लम होंदी, वो सारियां डील कौन करेगा, सुप्रीम कोर्ट, ओनली सुप्रीम कोर्ट यही इंक्वायरी करेगा जिन्ने भी डिस्प्यूट होणगे रिगार्डिंग प्रेजिडेंट के इलैक्शन के नाल रिलेटेड। प्रेजिडेंट टेक ओथ, हुण जिहड़ा प्रेजिडेंट ओथ लैंदा शपथ चकदा आ वो किहदी प्रैजेंस चकदा, चीफ जस्टिस ऑफ इंडिया, बहुत क्वेश्चन इंपॉर्टेंट है। बट जो चीफ जस्टिस ऑफ इंडिया ना हो फिर सीनियर मोस्ट जज जो सब तो ज़्यादा सीनियर मोस्ट जज होएगा सुप्रीम कोर्ट का, वो सामने प्रेजिडेंट जो आ शपथ चक्कणगे, ठीक है। सौ जी लेंदे आ, ठीक है, वो किहदे सामने लैणगे, प्रेजिडेंट चीफ जस्टिस ऑफ इंडिया, ठीक है, CGI चीफ जस्टिस ऑफ इंडिया, जो वो एबसेंट हैगे ने फिर किहदे सामने लैणगे, जो सुप्रीम कोर्ट का सीनियर मोस्ट जज होएगा वो सामने। नैक्सट जी कुछ इंपॉर्टेंट पॉइंट्स है ने वो देख लो। प्रेजिडेंट हु डाइड ऑन देयर पोस्ट, जी अपनी पोस्ट से मारी डैथ हो गई सी जिन्हों की, वो कौन से जाकिर हुसैन एंड फखरुद्दीन अली अहमद, तो जेडे अनअपोज्ड कोई अपोज नहीं सीगा उन्होंने नीलम संजीवा रेड्डी, तो जेडे ने स्पीकर भी सीगे लोक सभा के प्रेजिडेंट बनने तो पहला वो नीलम संजीवा रेड्डी, ठीक है। देखो 2 बार यही सीगे। ओनली चीफ जस्टिस एक इदा के चीफ जस्टिस सीगे जिन्होंने प्रेजिडेंट भी बनाया गया, वो सीगे जस्टिस हिदायत उल्ला, तो जेडे 2 बारी बने आ प्रेजिडेंट वो सीगे डॉक्टर राजेंद्र प्रसाद, बहुत इंपॉर्टेंट है वाला। नैक्सट जी टर्म किन्ने टाइम लिए रहिंदे आ, की इन्हों मिलता है, ये जी 5 ईयर्स 5 साल ही रहिंदे, आर्टिकल 56 दस्या। तो देयर इज़ नो लिमिट एज हाउ मैनी टाइम्स अ परसन कैन बिकम ए प्रेजिडेंट, ये कोई दस्या नहीं गया संविधान कि कोई प्रेजिडेंट सिर्फ 2 बारी बन सकता, एनी नंबर ऑफ टाइम्स किन्नी बारी भी कोई प्रेजिडेंट बन सकता, ठीक है। सो इदा का कुछ नहीं है, तो 5 साल ही रहिंदे अपनी पोस्ट पर। ही कैन गिव हिज रेजिग्नेशन, उन्होंने जो रेजिग्नेशन देना हो अपना किनू दिंदे, तो वो वाइस प्रेजिडेंट को देंगे, ठीक है, बिफोर फुल टर्म कंप्लीट जो अपना रिजाइन देना है। द प्रेजिडेंट मे बी रिमूवड फ्रॉम द ऑफिस बिफोर हिज एक्सपायरी डेट और टेन्योर थ्रू अ स्पैशल प्रोसीजर कॉल्ड इंपीचमेंट। देखो जिहड़े प्रेजिडेंट आ उन्होंने उन्होंने जगह तो कढ़िया भी जा सकता है, बट एक स्पैशल प्रोसीजर होंदा, एक स्पैशल मैथड नाल कढ़िया जांदा, उन्होंने बोलते इंपीचमेंट। हुण इंपीचमेंट किद्दां हुंदा, मतलब 5 साल तो पहला भी कढ़िया जा सकता है, जरूरी नहीं है, बट क्यों कढ़िया जाएगा, ओनली एक कंडीशन हुंदी आ, वो आपां देखदे हां। देखो इंपीचमेंट पहला पढ़ लें फिर आप क्वालिफिकेशन जाने। इंपीचमेंट की आएगा कि प्रेजिडेंट इक्को तरीका है इंपीच वर्ड यूज़ करते आप उन्होंने बाहर कढ़ने एक वर्ड यूज़ करते आप इंपीचमेंट, वो इन्होंने यूज़ किया जाता प्रेजिडेंट लिए ऑन द ग्राउंड ऑफ वायलेशन ऑफ कॉन्स्टिट्यूशन, जो संविधान की उलंघना करते हैं ना, संविधान की उलंघना करते हैं, फिर उन्होंने उन्होंने पोस्ट तो जोड़ा इंपीच किया जाता। इंपीच मतलब एक स्पैशल प्रोसीजर ना किया जाएगा, उन्हें भी इद्दी कढ़ दिता जाएगा। की होंदा देखो
पहली गल ये क्वेश्चन बड़ी बार पूछा जाता कि ये प्रोसैस किसी भी हाउस तो शुरू हो सकता, उन्होंने जो एक प्रोसीजर है एक मैथड है बाहर कढ़ने की पहला की करना है वो राज्य सभा तो भी शुरू किया जा सकता, वो लोक सभा तो भी पूछा जाता कई बार कि मैथड ऑफ जो प्रोसीजर ऑफ इंपीचमेंट आ प्रोसैस ऑफ इंपीचमेंट आ उन्होंने किस हाउस तो स्टार्ट किया जाता। ऑप्शन होंगे राज्य सभा लोक सभा ਜਾਂ ਦੋਨਾਂ ਤੋਂ। सो दोनों तो ਹੁੰਦਾ मतलब दोनों तो किसी भी हाउस तो मतलब आइदर राज्य सभा और लोक सभा, ये याद रखना आइदर राज्य सभा तो भी किया जा सकता है या लोक सभा, यानी किसी भी हाउस तो जो आ उन्होंने इंपीच करने का प्रोसैस जोड़ा है वो स्टार्ट किया जा सकता है। द चार्जिज आर कंटेन्ड इन अ नोटिस विच हैज़ टू साइंड बाय एटलीस्ट 1/4 ऑफ द टोटल मैंबर ऑफ दैट हाउस। देखो जो उन्होंने कोई चार्जिज लगे आ मतलब कोई इल्ज़ाम वो 1/4 जोड़े मैंबर आ उन्होंने पहला उत्ते साइन करने, ठीक है, मतलब 1/4 लोग रेडी होने चाहिए उन्होंने इंपीच करने तो 14 डे एडवांस नोटिस देना पैंदा उन्होंने 14 डे पहला एडवांस नोटिस देना पैंदा, ठीक है, असीं प्रेजिडेंट को 14 डे एडवांस नोटिस भेजते हैं। दूसरा जो रेजोल्यूशन ऑफ इंपीचमेंट मतलब उन्होंने इंपीच करने का रेजोल्यूशन शुरू किया वो पास होना चाहिए बाय 2/3 मेजोरिटी ऑफ टोटल मैंबर ऑफ अ हाउस, टोटल 2/3 जो लोग उन्होंने वाला पास होना चाहिए है मतलब वो लोग सहमत होने चाहिए, फिर अगले हाउस च इन्वेस्टिगेशन ही भेजा जाता है, ठीक है, बट प्रेजिडेंट को राइट होंगे टू डिफेंड हिमसैल्फ थ्रू द ऑथराइज्ड काउंसिल इफ सैकेंड हाउस ऑल्सो। देखो प्रेजिडेंट को ये एक उन्होंने को है ऑप्शन है कि वो डिफेंड कर सकते अपने आप को मतलब अपने आप की उस तो बचाव कर सकते हैं कि हाँ भी मेरे ते क्यों इल्ज़ाम लगाए गए, सारा कुछ उन्होंने तो पूरा राइट है अपने आप को डिफेंड करने का, क्लियर। बट जो सैकेंड हाउस भी अप्रूवल दे दिंदा मतलब जो सैकेंड हाउस है वो भी अप्रूव कर दिंदा है कि हाँ वो सहमति सारे जता देंगे कि इन्हों रिमूव करना चाहिए इन्हों की पोजीशन तो फिर उन्होंने रिमूव कर दिता जाता उन्होंने ऑफिस तो। सो सिंपल सीगा कि उन्होंने 14 डे एडवांस नोटिस देना पैंदा, ठीक है, असी किसी भी हाउस तो इनू शुरू कर सकते हैं तो 1/4 जोड़े मैंबर द्वारा एटलीस्ट पहला साइन होना चाहिए, फिर ये सहमति जो 2/3 आप मेजोरिटी देखिए टोटल मैंबर ऑफ हाउस की होनी चाहिए आ डिस्कशन तो बाद। बाकी प्रेजिडेंट अपने आप को डिफेंड कर सकते वो प्रति, ठीक है, अपने बचाव लिए भी कर सकते हैं, ठीक है। सो नैक्सट असी कैसी क्वालीफिकेशन बाद देखते हैं। हम क्वालीफिकेशन देखो आर्टिकल 58 डील करता क्वालीफिकेशन के नाल। पहला तो सिटीजन होना चाहिए इंडिया का मतलब जिन्होंने भी प्रेजिडेंट बनाना वो की होना चाहिए सिटीजन ऑफ इंडिया। एज नहीं 35 कंप्लीट होनी चाहिए, उन्होंने को कोई ऑफिस ऑफ प्रॉफिट नहीं होना चाहिए होर मतलब कि होर गवर्नमेंट जॉब नहीं उन्होंने को कोई होनी चाहिए कि होर गवर्नमेंट तो पैसा जनरेट नहीं कितने करते होने चाहिए। तो ये क्वेश्चन बहुत पूछा जाता कई बार कि उन्होंने को केड़ी क्वालीफिकेशन होनी चाहिए, इन्नी क्वालीफिकेशन होनी चाहिए आ कि वो मैंबर ऑफ लोक सभा बनने के लायक हो मतलब मैंबर ऑफ लोक सभा जो बन सकते शुड क्वालीफाइड टू बिकम क्वालीफाइड होने चाहिए मैंबर ऑफ लोक सभा बनने लिए, ठीक है, पूछा जाता कई बार तो ये इंपॉर्टेंट है। सो क्वालीफिकेशन हो गई। इंपीचमेंट वैकेंसी की गल करते हैं इन केस उन्होंने वैकेंसी खाली हो जाती मतलब जगह खाली हो जाती कुछ भी उसका डेथ हो सकती है रिजाइन देता या उन्होंने रिमूव कर दिता गया फिर उन्होंने जगह पर कौन बैठेगा हम एकदम तो इलैक्शन हो नहीं जाएंगे तो वाइस प्रेजिडेंट एक्ट करेंगे एज अ प्रेजिडेंट, ठीक है। जो प्रेजिडेंट की जो जगह खाली हो जाती है उन्होंने रिमूव कर दिता जाता उन्होंने डेथ हो गई या कुछ भी है मतलब उन्होंने सीट खाली हो गई तो उत्थे फिर प्रेजिडेंट का काम कौन करेगा वाइस प्रेजिडेंट। जो भी नहीं है इफ ही इज़ नॉट अवेलेबल दैन चीफ जस्टिस ऑफ इंडिया, ठीक है, चीफ जस्टिस ऑफ इंडिया। जो वो भी नहीं अवेलेबल है फिर सीनियर मोस्ट जज ये पूछे जाते क्वेश्चन बहुत इंपॉर्टेंट है कई बार 3rd लेवल पर पूछा जाता कि वाइस प्रेजिडेंट भी नहीं है चीफ जस्टिस भी नहीं है फिर दसो कौन है फिर सीनियर मोस्ट जज होंगे ना जो सुप्रीम कोर्ट के वो आके वो वाली जगह संभालणगे वो एज अ प्रेजिडेंट उत्थे काम करेंगे तो बट उन्होंने जगह खाली होने तो बाद 6 महीने के अंदर अंदर दोबारा इलैक्शन कराने होंगे भी क्वेश्चन पुट किया जाता है कि किन्ने टाइम के अंदर अंदर असीं दोबारा इलैक्शन कराने होंगे तो सीट में एक पूरे प्रोसीजर नाल भरना होंगे वो होंगे 6 मंथ के अंदर अंदर, ठीक है जी। इत्थे जिहड़ा भी बंदा प्रेजिडेंट बनेगा ना उन्होंने पूरियां सहूलतां मिलणगियां प्रेजिडेंट वालियां, ठीक है। क्वेश्चन कुछ देखते हैं बाकी असीं नैक्सट वीडियो इस बारे डिस्कशन करांगे। हुण क्वेश्चन की बारी है, ठीक है, तो तुसीं कापी पेन लैके क्वेश्चन नाल देखो किन्ने तुहाडे सही हुंदे आ मैं तुहानूं नाल दस्सांगी, ठीक है, जां तुसीं कमेंट बॉक्स मैनूं दस देना अपने नंबर जरूर दसना कमेंट बॉक्स दे विच, ठीक है। हाउ मैनी टाइम्स अ प्रेजिडेंट ऑफ इंडिया कैन सीक री इलैक्शन टू द पोस्ट वो अपनी प्रेजिडेंट की पोस्ट लिए किन्ने टाइम दोबारा जोड़े आ खड़े हो सकते हैं 1 बारी 2 बारी 3 बारी एनी नंबर ऑफ टाइम। सो मैं तुहानूं दस्सिया एनी नंबर ऑफ टाइम। तुसीं वीडियो रोक के बट क्वेश्चन आप करके फिर मेरे नाल टैली करो जो मैं बोलती पई तो मैंने कमेंट बॉक्स नंबर दसने तुसीं। नैक्सट है इन केस ऑफ प्रेजिडेंट विश टू रिजाइन प्रेजिडेंट रिजाइन करना चाहते हैं टू होम इज़ ही टू एड्रैस इज रेजिग्नेशन अपना रेजिग्नेशन किनूं दिंदे चीफ जस्टिस नूं वाइस प्रेजिडेंट नूं सैकटरीएट नूं या प्राइम मिनिस्टर नूं मैं तुहानूं दस्सिओ अपना रेजिग्नेशन किनूं दिंदे आ वाइस प्रेजिडेंट नूं। वट इज़ द मैक्सीमम एज किन्नी हैगी आ
prescribed for the post of the president maximum 58 60 62 ਤਾਂ देयर इज़ नो एज लिमिट, कोई ਉਹਨਾਂ ਦੀ एज लिमिट ਇਹਦੇ ਵਿੱਚ ਜਿਹੜੀ ਆ ਉਹ ਮੈਂਸ਼ਨ ਨਹੀਂ ਹੈਗੀ। ਨੈਕਸਟ ਹੈ ਜੀ ਇਨੀਸ਼ੀਏਟ ਕਰਨੀ ਤੁਸੀਂ ਇੰਪੀਚਮੈਂਟ ਕਿੰਨੇ ਮੈਂਬਰ ਦੁਆਰਾ ਜਿਹੜਾ ਪਹਿਲਾਂ ਹੋਣੀ ਚਾਹੀਦੀ ਆ 1/4 ਮੈਂਬਰ ਆਈਦਰ ਹਾਊਸ ਹਾਫ 1/3 ਆਪਾਂ ਕੀਤਾ ਸੀ ਕਿੰਨਾ ਸੀਗਾ 1/4 ਠੀਕ ਹੈ। ਸੋ 1/4 ਦੁਆਰਾ ਪਹਿਲਾਂ ਇਹ ਹੋਣੀ ਚਾਹੀਦੀ ਆ। ਦ ਪ੍ਰੈਜ਼ੀਡੈਂਟ ਆਫ ਇੰਡੀਆ ਇਲੈਕਟਡ ਬਾਈ ਕੌਣ ਇਲੈਕਟ ਕਰਦਾ ਲੋਕ ਸਭਾ ਦੇ ਮੈਂਬਰ ਆਫ ਬੋਥ ਹਾਊਸਿਸ ਮੈਂਬਰ ਆਫ ਸਟੇਟ ਲੈਜਿਸਲੇਟਿਵ ਜਾਂ ਬਾਈ ਇਲੈਕਟੋਰਲ ਕਾਲਜ ਜਿਹਦੇ ਵਿੱਚ ਇਲੈਕਟਡ ਮੈਂਬਰ ਹੁੰਦੇ ਦੋਨੇ ਸਭਾ ਹਾਊਸਿਸ ਦੇ ਤੇ ਸਟੇਟ ਅਸੈਂਬਲੀਜ਼ ਦੇ ਇਹ ਮੈਂ ਤੁਹਾਨੂੰ ਦੱਸਿਆ ਇਹੀ ਹੁੰਦੇ ਆ ਸਟੇਟ ਅਸੈਂਬਲੀ ਦੇ ਆਪਾਂ ਕੀਤਾ ਨਾ ਤੇ ਇਲੈਕਟਡ ਮੈਂਬਰ ਦੋਨੇ ਹਾਊਸਿਸ ਦੇ ਵੀ ਹੁੰਦੇ ਆ ਤੇ ਲੈਜਿਸਲੇਟਿਵ ਅਸੈਂਬਲੀ ਦੇ ਵੀ ਹੁੰਦੇ। ਸੋ ਆਪਸ਼ਨ ਡੀ ਇਜ਼ ਦਾ ਰਾਈਟ ਆਂਸਰ। ਏਜ ਕਿੰਨੀ ਆ ਮਿਨੀਮਮ 35 ਈਅਰ। ਅੰਡਰ ਵਿਚ ਆਰਟੀਕਲ ਕੌਂਸਟੀਟਿਊਸ਼ਨ ਇੰਡੀਆ ਕੈਨ ਬੀ ਪ੍ਰੈਜ਼ੀਡੈਂਟ ਇੰਪੀਚ ਕਰਨ ਦਾ ਪ੍ਰੈਜ਼ੀਡੈਂਟ ਆਰਟੀਕਲ 61 'ਚ ਹੁੰਦਾ। ਇਨ ਇੰਡੀਆ ਪ੍ਰੈਜ਼ੀਡੈਂਟ ਇਜ਼ ਇਲੈਕਟਡ ਬਾਈ ਕੌਣ ਇਲੈਕਟ ਕਰਦਾ ਸੌਰੀ ਦਾ ਕਲੈਕਟ ਕੀਤਾ ਹੁੰਦਾ ਡਾਇਰੈਕਟ ਇਲੈਕਸ਼ਨ ਕਰਾਏ ਜਾਂਦੇ ਸਿੰਗਲ ਟਰਾਂਸਫੇਬਲ ਵੋਟ ਪ੍ਰੋਪੋਰਸ਼ਨਲ ਜਾਂ ਓਪਨ ਆਪਾਂ ਕੀਤਾ ਸਿੰਗਲ ਟਰਾਂਸਫੇਬਲ ਵੋਟ ਸਿਸਟਮ ਹੁੰਦਾ। ਹਾਂਜੀ ਹੂ ਅਮੰਗ ਦ ਫੋਲੋਇੰਗ ਪ੍ਰੈਜ਼ੀਡੈਂਟ ਹੈਲਡ ਆਫਿਸ ਫॉर 2 ਕੌਨਸੀਕਿਊਟਿਵ ਟਰਮ 2 ਵਾਰੀ ਲਗਾਤਾਰ ਡਾਕਟਰ ਰਾਜਿੰਦਰ ਪ੍ਰਸਾਦ ਬਣੇ ਨੇ ਪ੍ਰੈਜ਼ੀਡੈਂਟ। ਫੋਲੋਇੰਗ ਪ੍ਰੈਜ਼ੀਡੈਂਟ ਕੈਨ ਬੀ ਇੰਪੀਚ ਬਾਈ ਵਿਚ ਆਫ ਦ ਫੋਲੋਇੰਗ ਕੈਨ ਬੀ ਪ੍ਰੈਜ਼ੀਡੈਂਟ ਅੱਛਾ ਪ੍ਰੈਜ਼ੀਡੈਂਟ ਨੂੰ ਕੌਣ ਇੰਪੀਚ ਕਰ ਸਕਦਾ ਕੌਣ ਰਿਮੂਵ ਕਰ ਸਕਦਾ ਬਾਈ ਦਾ ਪਾਰਲੀਮੈਂਟ ਪੜ੍ਹਿਆ ਆਪਾਂ ਪਾਰਲੀਮੈਂਟ ਹੀ ਕਰਦੀ ਉਹੀ ਪ੍ਰੋਸੀਜਰ ਉਹਦੇ ਵਿੱਚ ਹੁੰਦਾ ਸਾਰਾ ਠੀਕ ਹੈ। ਦ ਵੈਕੈਂਸੀ ਆਫ ਦ ਆਫਿਸ ਆਫ ਪ੍ਰੈਜ਼ੀਡੈਂਟ ਮਸਟ ਬੀ ਫਿਲਡ ਜੇ ਵੈਕੈਂਸੀ ਆ ਉੱਥੇ ਪ੍ਰੈਜ਼ੀਡੈਂਟ ਦੀ ਉਹ ਕਿੰਨੇ ਮਹੀਨੇ ਦੇ ਅੰਦਰ ਫਿਲ ਕਰਨੀ ਪੈਂਦੀ ਹੈ 6 ਮੰਥ ਦੇ ਅੰਦਰ ਠੀਕ ਹੈ ਜੀ। ਵਿਚ ਵਨ ਆਫ ਦ ਫੋਲੋਇੰਗ ਹੈਜ਼ ਦ ਪਾਵਰ ਟੂ ਇਨੀਸ਼ੀਏਟ ਦ ਮੋਸ਼ਨ ਆਫ ਇੰਪੀਚਮੈਂਟ ਅੱਛਾ ਉਹਨਾਂ ਨੂੰ ਇੰਪੀਚ ਕਰਨ ਲਈ ਜਿਹੜਾ ਮੋਸ਼ਨ ਆ ਕਿੱਥੇ ਸ਼ੁਰੂ ਕੀਤਾ ਜਾਂਦਾ ਰਾਜ ਸਭਾ ਲੋਕ ਸਭਾ ਸਪੀਕਰ ਆਫ ਲੋਕ ਸਭਾ ਜਾਂ ਬੋਥ ਹਾਊਸਿਸ ਦੋਨਾਂ ਤੋਂ ਕਿਤੇ ਵੀ ਠੀਕ ਹੈ। ਦ ਪ੍ਰੈਜ਼ੀਡੈਂਟ ਕੈਨ ਬੀ ਇੰਪੀਚਡ ਔਨ ਦ ਗਰਾਊਂਡ ਆਫ ਵਾਇਲੇਸ਼ਨ ਆਫ ਕੌਂਸਟੀਟਿਊਸ਼ਨ ਬਾਈ ਕੌਣ ਕਰ ਸਕਦਾ ਉਹਨਾਂ ਨੂੰ ਇੰਪੀਚ ਦ 2 ਹਾਊਸ ਆਫ ਦ ਪਾਰਲੀਮੈਂਟ ਹੀ ਉਹਨਾਂ ਨੂੰ ਇੰਪੀਚ ਕਰ ਸਕਦੇ ਆ ਜੀ ਬਾਰ ਇਹੀ ਹੈ। ਆਲ ਦ ਐਗਜ਼ੀਕਿਊਟਿਵ ਪਾਵਰ ਸਾਰੀਆਂ ਐਗਜ਼ੀਕਿਊਟਿਵ ਪਾਵਰ ਜਿਹੜੀਆਂ ਕੌਂਸਟੀਟਿਊਸ਼ਨ ਵੈਸਟਡ ਵਿਦ ਕਿਹਦੇ ਨਾਲ ਹੁੰਦੀਆਂ ਪ੍ਰੈਜ਼ੀਡੈਂਟ ਨਾਲ ਪਹਿਲੇ ਦੱਸਿਆ ਹਾਈਲੀ ਐਗਜ਼ੀਕਿਊਟਿਵ ਅਥਾਰਟੀ ਇਹੀ ਹੈ ਠੀਕ ਹੈ। ਸੋ ਇਹ ਸਾਰੇ ਕੁਐਸਚਨ ਹੋ ਗਏ ਆ ਇਹਨਾਂ ਨੂੰ ਕਰ ਲੈਣਾ ਜੇ ਵੀਡੀਓ ਪਸੰਦ ਆਈ ਲਾਈਕ ਐਂਡ ਕਮੈਂਟ ਕਰਕੇ ਆਪਣੇ ਨੰਬਰ